ਦੋਸਤੋ ਜਦੋਂ ਵੀ ਅਸੀਂ ਕਿਸੇ ਨਾਲ ਆਪਣੇ ਧੀ ਜਾਂ ਪੁੱਤਰ ਦਾ ਰਿਸ਼ਤਾ ਕਰਦੇ ਹਾਂ ਤਾਂ ਉਸ ਮੁੰਡੇ ਜਾਂ ਕੁੜੀ ਬਾਰੇ ਜਾਂਚ ਪੜਤਾਲ ਕਰਦੇ ਹਾਂ, ਖਾਨਦਾਨ ਬਾਰੇ ਜਾਂਚ ਪੜਤਾਲ ਕਰਦੇ ਹਾਂ ਵੀ ਕਿਤੇ ਇਸ ਟੱਬਰ ਤੇ ਜਾਂ ਇਸ ਮੁੰਡੇ ਜਾਂ ਫਿਰ ਕੁੜੀ ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਤਾਂ ਨਹੀਂ ਚੱਲ ਰਿਹਾ, ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ। ਤਾਂ ਜੋ ਅਸੀਂ ਸਭ ਕੁਝ ਦੇਖ ਪਰਖ ਕੇ ਗੁਆਂਢੀਆਂ ਤੋਂ ਪੁੱਛ ਪੜਤਾਲ ਕਰਕੇ ਜਦੋਂ ਸਾਨੂੰ ਪੂਰਾ ਯਕੀਨ ਹੋ ਜਾਂਦਾ ਵੀ ਹਾਂ ਇਹ ਟੱਬਰ ਇਹ ਖਾਨਦਾਨ ਸਾਡੇ ਖਾਨਦਾਨ ਵਰਗਾ ਹੀ ਹੈ, ਇਸ ਦਾ ਪਿਛੋਕੜ ਵਧੀਆ ਹੈ ਤੇ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਉਜਵਲ ਹੈ, ਜਾਂ ਫਿਰ ਜੋ ਮੌਜੂਦਾ ਹੁਣ ਇਸ ਪਰਿਵਾਰ ਦੇ ਇਸ ਖਾਨਦਾਨ ਦੇ ਹਾਲਾਤ ਨੇ ਉਹ ਬਿਹਤਰ ਨੇ, ਕਿਸੇ ਤਰੀਕੇ ਦਾ ਕੋਈ ਵੀ ਕਾਨੂੰਨੀ ਕਾਰਵਾਈ ਇਹਨਾਂ ਤੇ ਨਹੀਂ ਹੋ ਸਕਦੀ ਜਾਂ ਕੋਈ ਵੀ ਕੇਸ ਨਹੀਂ ਚੱਲ ਰਿਹਾ, ਤਾਂ तमाम ਗੱਲਾਂ ਵਿਚਾਰ ਵਟਾਂਦਰਾ ਕਰਕੇ ਅਸੀਂ ਉਸ ਥਾਂ ਆਪਣੀ ਧੀ ਜਾਂ ਪੁੱਤਰ ਦਾ ਰਿਸ਼ਤਾ ਪੱਕਾ ਕਰ ਦਿੰਦੇ ਹਾਂ। ਜੇਕਰ ਕਿਸੇ ਤੇ ਕੋਈ ਵੀ ਕਾਰਵਾਈ ਹੁੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਕੇਸ ਚੱਲ ਰਿਹਾ ਹੁੰਦਾ ਹੈ ਜਾਂ ਕੋਈ ਕਤਲ ਦਾ ਕੇਸ ਹੈ, ਨਾਜਾਇਜ਼ ਕਬਜ਼ਿਆਂ ਦਾ ਕੇਸ ਹੈ, ਨਾਜਾਇਜ਼ ਮਾਈਨਿੰਗ ਦਾ, ਡਰੱਗ ਦਾ, ਇੱਥੇ ਤੱਕ ਕਿ ਜੇਕਰ ਕੋਈ ਨਸ਼ਿਆਂ ਦਾ ਕੇਸ ਵੀ ਹੁੰਦਾ, ਪਤਾ ਲੱਗਦਾ ਹੈ ਕਿ ਇਹ ਮੁੰਡਾ ਨਸ਼ੇ ਕਰਦਾ ਹੈ, ਜਾਂ ਫਿਰ ਕਈ ਵਾਰ ਇਹ ਪਤਾ ਲੱਗਦਾ ਹੈ ਵੀ ਕੁੜੀ ਸਾਡੇ ਮੁੰਡੇ ਦੇ ਲਾਇਕ ਨਹੀਂ ਹੈ, ਦੋਨਾਂ ਦੀ ਆਦਤਾਂ ਨਹੀਂ ਮਿਲਦੀਆਂ, ਸੋ ਇਸ ਤਰੀਕੇ ਨਾਲ ਅਸੀਂ ਜ਼ਿੰਦਗੀ ਉਹਨਾਂ ਦੀ ਖਰਾਬ ਨਹੀਂ ਕਰਦੇ। ਸੋ ਜੇਕਰ ਇਸ ਤਰੀਕੇ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਹ ਰਿਸ਼ਤਾ ਉਸ ਥਾਂ ਤੇ ਰਿਸ਼ਤਾ ਨਹੀਂ ਕਰਦੇ, ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਜਦੋਂ ਸੱਚ ਸਾਡੇ ਸਾਹਮਣੇ ਹੁੰਦਾ ਉਸ ਨੂੰ ਅਸੀਂ ਜਾਣ ਕੇ ਵੀ ਅਣਦੇਖਿਆ ਕਰ ਲੈਂਦੇ ਹਾਂ, ਜਾਂ ਫਿਰ ਇੰਜ ਕਹਿ ਲਈਏ ਕਿ ਆਪਣੀ ਅੱਖਾਂ ਤੇ ਪੱਟੀ ਬੰਨ ਲੈਂਦੇ ਹਾਂ। ਅੱਜ ਕਿਸ ਤਰੀਕੇ ਦੀ ਹੀ ਗੱਲਬਾਤ ਕਰਾਂਗੇ। ਸੋ ਗੱਲਬਾਤ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਹੱਸਦੇ ਵਸਦੇ ਹੋਵੋਗੇ, ਰਾਜੀ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਹੋਵੋਗੇ ਤੇ ਚੋਣਾਂ ਅਖਾੜਾ ਜੋ ਭਖਿਆ ਹੋਇਆ ਉਸ ਲਈ ਤੁਸੀਂ ਵੀ ਪੂਰੀ ਤਰ੍ਹਾਂ ਹੁਣ ਤਿਆਰ ਹੋਵੋਗੇ, ਕਿਉਂਕਿ ਪ੍ਰੀਖਿਆ ਉਮੀਦਵਾਰਾਂ ਦੀ ਹੈ, ਨਤੀਜਾ ਤੁਸੀਂ ਐਲਾਨਣਾ ਹੈ, ਨੰਬਰ ਉਹਨਾਂ ਨੂੰ ਤੁਸੀਂ ਦੇਣੇ ਹੈ ਕਿ ਤੁਸੀਂ ਉਹਨਾਂ ਨੂੰ ਕਿੰਨੇ ਨੰਬਰ ਦੇ ਕੇ ਜਿਤਾਉਂਦੇ ਹੋ। ਸੋ ਦੋਸਤੋ, ਜੇਕਰ ਇੱਕ ਉਮੀਦਵਾਰ ਤੇ ਜੋ ਚੋਣਾਂ ਦੇ ਵਿੱਚ ਖੜਿਆ ਉਸ ਤੇ ਕਤਲ ਦਾ ਪਰਚਾ ਹੋਵੇ, ਉਸ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਹੋਵੇ, ਡਰੱਗ ਮਾਫੀਆ ਦੇ ਨਾਲ ਉਸਦੇ ਲਿੰਕ ਹੋਣ, ਕਿਸੇ ਨੂੰ ਧੋਖਾਧੜੀ ਦੇ ਮਾਮਲੇ ਦੇ ਵਿੱਚ ਉਸਨੇ ਲੁੱਟਿਆ ਹੋਵੇ, ਉਸ ਤੇ ਕੇਸ ਚੱਲ ਰਹੇ ਹੋਣ, ਅਦਾਲਤ ਦੇ ਵਿੱਚ ਕਿਸੇ ਕੇਸ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਹੋਵੇ ਜਾਂ ਅਦਾਲਤ ਸਜ਼ਾ ਸੁਣਾ ਸਕਦੀ ਹੋਵੇ, 3-3, 4-4 ਜਾਂ ਫਿਰ 9-9 ਕੇਸ ਕਿਸ ਤੇ ਦਰਜ ਹੋਣ, ਤਾਂ ਕੀ ਤੁਸੀਂ ਇਸ ਉਮੀਦਵਾਰ ਨੂੰ ਆਪਣਾ 5 ਸਾਲ ਦੇਵੋਗੇ? ਕੀ ਤੁਸੀਂ ਉਸ ਉਮੀਦਵਾਰ ਤੇ ਯਕੀਨ ਕਰੋਗੇ? ਕਿ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਉਮੀਦਵਾਰ ਤੁਹਾਡੇ ਆਉਣ ਵਾਲੇ 5 ਸਾਲ ਵਧੀਆ ਬਣਾ ਸਕਦਾ ਹੈ, ਤੁਹਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਸਕਦਾ ਹੈ, ਤੁਹਾਡੇ ਨੌਜਵਾਨਾਂ ਨੂੰ ਗੈਂਗਸਟਰ ਬਣਨ ਤੋਂ ਰੋਕ ਸਕਦਾ ਹੈ, ਤੁਹਾਡੇ ਨੌਜਵਾਨਾਂ ਨੂੰ ਸਹੀ ਸੇਧ ਦੇ ਸਕਦਾ ਹੈ? ਕਿ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ? ਹਾਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਉਮੀਦਵਾਰ ਤੇ ਭਾਵੇਂ ਕਤਲ ਦਾ ਕੇਸ ਹੋਵੇ, ਡਰੱਗ ਦਾ ਕੇਸ ਹੋਵੇ, ਲੁੱਟਾਂ ਖੋਹਾਂ ਦਾ ਕੇਸ ਹੋਣ, ਨਜਾਇਜ਼ ਮਾਈਨਿੰਗ ਦਾ ਕੇਸ ਹੋਵੇ, ਕਿਸੇ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਕਤਲ ਕਰਨ ਦਾ ਇਰਾਦਾ ਰੱਖਿਆ ਹੋਵੇ, ਤਾਂ ਤੁਸੀਂ ਆਪਣੇ 5 ਸਾਲ ਖੁਸ਼ੀ-ਖੁਸ਼ੀ ਉਸ ਉਮੀਦਵਾਰ ਨੂੰ ਦੇ ਸਕਦੇ ਹੋ। ਇਹ ਸਵਾਲ ਤੁਹਾਡੇ ਤੋਂ ਇਸ ਲਈ ਹੈ ਕਿ ਅਕਸਰ ਹੀ ਪਾਰਟੀਆਂ ਦੇ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਜਿਨ੍ਹਾਂ ਤੇ ਇੱਕ ਨਹੀਂ, ਦੋ ਨਹੀਂ, ਬਲਕਿ ਕਈ ਕੇਸ ਦਰਜ ਹੁੰਦੇ ਨੇ, ਤੇ ਅਸੀਂ ਲੋਕ ਕੀ ਕਰਦੇ ਹਾਂ, ਸਿਰਫ ਜਾਂ ਤਾਂ ਡਰ ਦੇ ਕਾਰਨ ਜਾਂ ਲਾਲਚ ਦੇ ਕਾਰਨ ਜਾਂ ਪਾਰਟੀ ਵੇਖ ਕੇ ਜਾਂ ਆਪਣਾ ਨਿੱਜੀ ਫਾਇਦਾ ਦੇ ਕੇ ਉਸ ਉਮੀਦਵਾਰ ਨੂੰ ਆਪਣੀ ਜ਼ਿੰਦਗੀ ਦੇ 5 ਸਾਲ ਦੇ ਦਿੰਦੇ ਆ। ਉਹ 5 ਸਾਲ ਨਹੀਂ ਹੁੰਦੇ, ਉਹ 5 ਸਦੀਆਂ ਵਰਗੇ ਹੁੰਦੇ ਨੇ 5 ਸਾਲ, ਕਿਉਂਕਿ ਸਾਡੇ ਆਉਣ ਵਾਲੀ ਪੀੜ੍ਹੀ ਦਾ 5 ਸਾਲਾਂ ਦਾ ਭਵਿੱਖ ਉਹਨਾਂ ਲੀਡਰਾਂ ਦੇ ਹੱਥ ਦੇ ਵਿੱਚ ਹੁੰਦਾ, ਉਸ ਲੀਡਰ ਦੇ ਹੱਥ ਦੇ ਵਿੱਚ ਹੋਏਗਾ ਜੋ ਖੁਦ ਇਹਨਾਂ ਸਾਰੇ ਕੇਸਾਂ ਦੇ ਵਿੱਚ ਫਸਿਆ ਹੋਇਆ ਹੈ। ਇੱਕ ਉਸ ਵਿਅਕਤੀ ਦੇ ਵਿੱਚ ਹੋਵੇਗਾ ਜਿਸ ਦੀ ਆਪ ਦੀ ਛਵੀ ਸਹੀ ਨਹੀਂ ਹੈ, ਕਿ ਉਹ ਤੁਹਾਡੇ ਹਲਕੇ ਦੀ ਛਵੀ ਸਾਫ਼ ਰੱਖ ਸਕੇਗਾ, ਕਿ ਤੁਹਾਡੇ ਧੀਆਂ ਪੁੱਤਾਂ ਨੂੰ ਉਹ ਨੌਕਰੀ ਦੇਵੇਗਾ। ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਅਜਿਹੇ ਉਮੀਦਵਾਰ ਨੂੰ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤੇ ਤੁਸੀਂ ਜਿੱਤ ਦੀ ਮੋਹਰ ਲਾਓਗੇ, ਤਾਂ ਕਿਸ ਦਾ ਫਾਇਦਾ ਹੋਵੇਗਾ? 5 ਸਾਲ ਉਹ ਉਮੀਦਵਾਰ ਸੱਤਾ ਭੋਗੇਗਾ। ਸੱਤਾ ਦੀ ਪਾਵਰ ਦੇ ਵਿੱਚ ਕਾਨੂੰਨੀ ਕਾਰਵਾਈ ਕਿੰਨੀ ਸਹੀ ਹੁੰਦੀ ਹੈ, ਅਸੀਂ ਸਾਰੇ ਪਿਛਲੇ ਲੰਬੇ ਸਮੇਂ ਤੋਂ ਦੇਖ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਜੇਕਰ ਕਿਸੇ ਵੱਡੇ ਲੀਡਰ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਜਾਂਦਾ ਹੈ। ਭਾਵੇਂ ਕੋਈ ਲੀਡਰ ਕਿਸੇ ਦਾ ਕਤਲ ਕਰ ਦੇਵੇ ਤਾਂ ਉਸ ਨੂੰ ਵੀ ਸਿਆਸਤ ਨਾਲ ਜੋੜ ਕੇ ਹੀ ਦੇਖਿਆ ਜਾਵੇਗਾ, ਗਲਤੀ ਚਾਹੇ ਉਸ ਖੁਦ ਲੀਡਰ ਦੀ ਹੀ ਕਿਉਂ ਨਾ ਹੋਵੇ। ਸੋ ਅੱਜ ਕੁਝ ਅਜਿਹੇ ਉਮੀਦਵਾਰਾਂ ਦੀ ਜੋ ਹਾਲਾਤ ਨੇ, ਜੋ ਪਿਛੋਕੜ ਹੈ, ਉਸ ਦੇ ਬਾਰੇ ਤੁਹਾਨੂੰ ਦੱਸੂਗੀ ਤੇ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਅਜਿਹੇ ਉਮੀਦਵਾਰਾਂ ਨੂੰ ਆਪਣੀ ਜ਼ਿੰਦਗੀ ਦੇ 5 ਸਾਲ ਸੌਂਪੋਗੇ
ਜੇਕਰ ਘਰ ਦਾ ਮੁਖੀਆ ਹੀ ਕਿਸੇ ਕਤਲ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਅੰਦਰ ਹੋਵੇਗਾ, ਕਿਸੇ ਨਜਾਇਜ਼ ਮਾਈਨਿੰਗ ਦਾ ਪਰਚਾ ਹੋਵੇਗਾ, ਤਾਂ ਕਿ ਉਹ ਘਰ ਦਾ ਮੁਖੀਆ ਬਾਕੀ ਮੈਂਬਰਾਂ ਨੂੰ ਕੋਈ ਵਧੀਆ ਸਲਾਹ ਦੇ ਸਕਦਾ ਹੈ? ਕਿਉਂ? ਕਿਉਂਕਿ ਉਸ ਤੋਂ ਇਹ ਸਵਾਲ ਪੁੱਛਿਆ ਜਾਵੇਗਾ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਅਜਿਹੇ ਘਿਨੌਣੇ ਕੰਮ ਕੀਤੇ ਨੇ, ਕਿਸੇ ਦਾ ਕਤਲ ਕੀਤਾ, ਕਿਸੇ ਦੀ ਜ਼ਿੰਦਗੀ ਖੋਈ ਹੈ, ਕਿਸੇ ਦਾ ਦਿਲ ਦੁਖਾਇਆ, ਕਿਸੇ ਦੀ ਨਜਾਇਜ਼ ਕਬਜ਼ੇ ਕੀਤੇ, ਤਾਂ ਤੁਸੀਂ ਸਾਨੂੰ ਕਿਸ ਮੂੰਹ ਨਾਲ ਸਿੱਖਿਆ ਦੇ ਰਹੇ ਹੋ? ਸੋ ਅੱਜ ਇਹਨਾਂ ਹੀ ਉਮੀਦਵਾਰਾਂ ਤੇ ਚਾਨਣਾ ਪਾਵਾਂਗੇ। ਜੇਕਰ ਅਸੀਂ ਗੱਲ ਕਰੀਏ ਅਕਾਲੀ ਦਲ ਦੇ ਉਮੀਦਵਾਰਾਂ ਦੀ, ਤਾਂ 97 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਤੇ ਕੇਸ ਦਰਜ ਨੇ, 53 ਉਮੀਦਵਾਰ ਆਪ ਦੇ ਨੇ ਜਿਨ੍ਹਾਂ ਤੇ ਮਾਮਲੇ ਦਰਜ ਹੋਏ ਨੇ, ਅਤੇ 15 ਉਮੀਦਵਾਰ ਕਾਂਗਰਸ ਦੇ ਨੇ ਜਿਨ੍ਹਾਂ ਤੇ ਮੁਕੱਦਮੇ ਦਰਜ ਨੇ। ਸੋ ਸਭ ਤੋਂ ਜ਼ਿਆਦਾ ਕੇਸ ਕਿਸ ਤੇ ਨੇ? ਕੌਣ ਉਮੀਦਵਾਰ ਹੈ ਜਿਸ ਦੇ ਸਭ ਤੋਂ ਜ਼ਿਆਦਾ ਕੇਸ ਚੱਲ ਰਹੇ ਨੇ ਤੇ ਕਾਨੂੰਨ ਦੀ ਤਲਵਾਰ ਲਟਕ ਰਹੀ ਹੈ? ਤਲਵਾਰ ਲਟਕਦੀ ਰਹੇਗੀ ਜਾਂ ਉਸਦਾ ਨਤੀਜਾ ਵੀ ਆਵੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਉਹ ਉਮੀਦਵਾਰ ਕਿਹੜੇ ਨੇ ਦੋਸਤੋ? ਕਈ ਉਮੀਦਵਾਰ ਤਾਂ ਅਜਿਹੇ ਨੇ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਕੇਸ ਨੇ, ਤੇ ਸਭ ਤੋਂ ਜ਼ਿਆਦਾ ਜੋ ਕੇਸ ਨੇ, ਜੋ ਰਿਕਾਰਡ ਤੋੜ ਕੇਸ ਨੇ, ਉਹ 9 ਕੇਸ ਨੇ, ਤੇ ਉਹ ਆਪ ਦਾ ਜਲੰਧਰ ਪੱਛਮੀ ਹਲਕੇ ਤੋਂ ਉਮੀਦਵਾਰ ਸ਼ੀਤਲ, ਜਿਸ ਦੇ ਉੱਤੇ 9 ਕੇਸ ਦਰਜ ਨੇ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਹੀਂ ਬਲਕਿ ਬੀਤੇ 4 ਸਾਲਾਂ ਦੇ ਵਿੱਚ ਹੀ ਦਰਜ ਹੋਏ ਨੇ। ਉਸ ਤੋਂ ਬਾਅਦ ਆਪ ਦੇ ਹੀ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਤੇ 5 ਕੇਸ ਦਰਜ ਨੇ। ਬਰਨਾਲਾ ਤੋਂ ਆਪ ਦੇ ਮੀਤ ਹੇਰ ਤੇ 4 ਮੁਕੱਦਮੇ ਦਰਜ ਨੇ, ਤੇ 64 ਉਮੀਦਵਾਰ ਅਜਿਹੇ ਨੇ ਆਪ ਦੇ ਜਿਨ੍ਹਾਂ ਤੇ ਕੋਈ ਵੀ ਮੁਕੱਦਮਾ ਨਹੀਂ ਹੈ, ਉਹ ਉਹਨਾਂ ਦਾ ਜੋ ਛਵੀ ਹੈ ਉਹ ਸਾਫ਼ ਹੈ। ਤੇ ਉਸ ਤੋਂ ਬਾਅਦ ਬਲ ਪਾਰਟੀਆਂ ਦੀ ਵੀ ਕਰ ਲੈਂਦੇ ਆ। ਜਿਹੜੇ ਚੋਣ ਮੈਦਾਨ ਦੇ ਵਿੱਚ ਤਿੰਨੋਂ ਪਾਰਟੀਆਂ ਡਟੀਆਂ ਹੋਈਆਂ ਨੇ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ, ਉਹਨਾਂ ਜੇ ਇਕੱਠੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ 46% ਉਮੀਦਵਾਰ ਨੇ ਜਿਨ੍ਹਾਂ ਤੇ ਕੇਸ ਦਰਜ ਨੇ, ਅਤੇ 160 ਅਕਾਲੀ ਦਲ ਦੇ ਉਮੀਦਵਾਰ ਨੇ ਜਿਨ੍ਹਾਂ ਤੇ ਕੇਸ ਦਰਜ ਨੇ, ਤੇ 66 ਉਮੀਦਵਾਰ ਕਾਂਗਰਸ ਆਪ ਦੇ ਨੇ ਤੇ 15 ਕਾਂਗਰਸ ਦੇ। ਸੁਖਵੀਰ ਸਿੰਘ ਬਾਦਲ ਜੋ ਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਗਏ ਨੇ, ਖੁਦ ਉਹਨਾਂ ਤੇ 7 ਪਰਚੇ ਦਰਜ ਨੇ। ਇੱਕ ਮੁੱਖ ਮੰਤਰੀ ਜੀ ਤੇ 7 ਪਰਚੇ ਦਰਜ ਹੋਣ, ਕਿ ਉਹ ਪੰਜਾਬ ਦਾ ਮੁਖੀਆ ਹੋ ਸਕਦਾ ਹੈ? ਕਿ ਉਹ ਪੰਜਾਬ ਦੀ ਕਮਾਨ ਸੰਭਾਲ ਸਕਦਾ ਹੈ? ਤੁਹਾਨੂੰ ਕੀ ਲੱਗਦਾ ਹੈ? ਇਹ ਜਵਾਬ ਤੁਸੀਂ ਦੇਣਾ ਹੈ। ਉਸ ਤੋਂ ਅੱਗੇ ਬਿਕਰਮ ਮਜੀਠੀਆ, ਜੀਜਾ ਯਾਨੀ ਸਾਲਾ, ਜੋ ਕਿ ਜੀਜੇ ਸਾਲੇ ਦੀ ਜੋੜੀ ਨਾਲ ਬਹੁਤ ਮਸ਼ਹੂਰ ਹੈ। ਜੀਜੇ ਤੇ 7 ਨੇ ਤੇ ਸਾਲੇ ਤੇ 6 ਕੇਸ ਦਰਜ ਨੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ 1 ਕੇਸ ਦਰਜ ਹੈ। ਭਗਵੰਤ ਮਾਨ ਤੇ ਵੀ 1 ਮੁਕੱਦਮਾ ਦਰਜ ਹੈ। ਸੁਖਪਾਲ ਖਹਿਰਾ ਤੇ 3 ਮੁਕੱਦਮੇ ਦਰਜ ਨੇ। ਤੇ ਇਹਨਾਂ 'ਚ ਉਹ ਸਾਰੇ ਕੇਸ ਨੇ ਜੋ ਕਿਸੇ ਦੇ ਕਤਲ ਦੇ ਨੇ, ਧੋਖਾਧੜੀ ਦੇ ਨੇ, ਨਜਾਇਜ਼ ਮਾਈਨਿੰਗ ਦੇ ਨੇ, ਕਿਸੇ ਤੇ ਰੇਪ ਦੇ ਇਲਜ਼ਾਮ ਵੀ ਲੱਗੇ ਹੋਏ ਨੇ, ਪਰ ਫਿਰ ਵੀ ਉਹਨਾਂ ਨੂੰ ਸੱਤਾ ਮਿਲੀ ਹੋਈ ਹੈ, ਸੱਤਾ ਦਾ ਸੁੱਖ ਉਹ ਭੋਗ ਰਹੇ ਨੇ। ਕਿਉਂ? ਕਿਉਂਕਿ ਗਲਤੀ ਆਮ ਲੋਕਾਂ ਦੀ ਹੁੰਦੀ ਹੈ। ਜੇਕਰ ਤੁਸੀਂ ਹੁਣ ਵੀ ਨਾ ਜਾਗੇ, ਜੇਕਰ ਅਜਿਹੇ ਉਮੀਦਵਾਰ, ਅਜਿਹੇ ਲੀਡਰ ਫਿਰ ਤੋਂ ਸੱਤਾ ਦੇ ਵਿੱਚ ਆਣਗੇ, ਤਾਂ ਪੰਜਾਬ ਦਾ ਬੇੜਾ ਗਰਕ ਹੋਣਾ ਤੈਅ ਹੈ। ਕਿਉਂਕਿ ਇੱਕ ਪਾਸੇ ਪਾਰਟੀਆਂ ਕਹਿੰਦੀਆਂ ਨੇ ਕਿ ਸਾਡੀ ਪਾਰਟੀ ਦੀ ਛਵੀ ਬਹੁਤ ਸਾਫ਼ ਸੁਥਰੀ ਹੈ, ਅਸੀਂ ਕਿਸੇ ਵੀ ਦਾਗੀ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ, ਪਰ ਦੂਸਰੇ ਪਾਸੇ ਉਹ ਉਮੀਦਵਾਰ ਕੁਝ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਨੇ, ਉਹਨਾਂ ਤੇ ਕੇਸ ਚੱਲ ਰਹੇ ਨੇ। ਕੁਝ ਉਹ ਲੀਡਰ ਜੋ ਪਿਛਲੇ ਲੰਬੇ ਸਮੇਂ ਤੋਂ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਫਸੇ ਹੋਏ ਨੇ, ਉਹਨਾਂ ਤੇ ਕੇਸ ਚੱਲ ਰਹੇ ਨੇ ਕਿ ਪੰਜਾਬ ਦੀ ਕਮਾਨ ਸੰਭਾਲ ਸਕਦੇ ਨੇ।